Students, next topic is explanation of directive influence, theory of orientation. So, which for different groups will explain why different groups have different orientation capacities, why they direct second incoming group to different directions, to different positions. So, इस केस ਵਿੱਚ ਬੇਟੇ ਜਦੋਂ ਵੀ ਕੰਪੇਅਰ ਕਰਾਂਗੇ we will compare the resonating structures ਔਰਥੋ ਪੈਰਾ ਮੈਟਾ ਟੈਕ ਤਿੰਨੋਂ ਦਿਖਾ ਕੇ ਜਿਹੜੀ ਵੀ ਰਿਐਕਸ਼ਨ ਹੋਏਗੀ ਅਤੇ ਜਿਹਦੀਆਂ ਰੈਜ਼ੋਨੇਟਿੰਗ ਸਟਰਕਚਰ ਜ਼ਿਆਦਾ ਹੋਣਗੀਆਂ ਜਾਂ ਵੱਧ ਸਟੇਬਲ ਹੋਣਗੀਆਂ ਤਾਂ ਉਹੀ ਰਿਐਕਸ਼ਨ ਜਾਂ ਉਹ ਆਈਸੋਮਰ ਜ਼ਿਆਦਾ ਬਣੂਗਾ। ਸੋ ਫਸਟ ਆਵਰ ਐਗਜ਼ਾਮਪਲ ਇਜ਼ ਔਰਥੋ ਪੈਰਾ ਡਾਇਰੈਕਟਿੰਗ ਗਰੁੱਪਸ ਵਿਦ ਪਲੱਸ ਆਈ ਇਫੈਕਟ। ਪਲੱਸ ਆਈ ਇਫੈਕਟ ਆਪਾਂ ਪੜ੍ਹਿਆ ਹੈ ਸਿਰਫ ਐਲਕਾਈਲ ਗਰੁੱਪਸ ਦੇ ਵਿੱਚ CH3 C2H5 ਵਗੈਰਾ 'ਚ। So electron releasing tendency hundi hai alkyl groups di. So when we show the effect of second substituent in the form of electrophile on benzene ring in case of toluene, ਤਾਂ ਇਸ ਤਰ੍ਹਾਂ ਵਿੱਚ ਜਦੋਂ ਦਿਖਾਵਾਂਗੇ ਕਿ ਔਰਥੋ ਪੋਜੀਸ਼ਨ ਤੇ ਅਟੈਕ ਹੋ ਰਿਹਾ ਤਾਂ ਇਲੈਕਟ੍ਰੋਨਸ ਇੱਥੇ ਆਏ ਤੇ ਇਲੈਕਟ੍ਰੋਫਾਈਲ ਗੈਟਸ ਅਟੈਚ ਟੂ ਦ ਸੈਕਿੰਡ ਪੋਜੀਸ਼ਨ। ਤਾਂ ਇਹਦੇ ਨਾਲ ਸਟਰਕਚਰ ਆ ਬਣਨਗੀਆਂ ਸੈਕਿੰਡ ਪੋਜੀਸ਼ਨ 'ਤੇ ਅਟੈਚ ਹੋ ਕੇ ਆ ਹੋ ਗਿਆ ਹੋਇਆ ਹਾਈਡਰੋਜਨ ਇਨਕਮਿੰਗ ਇਲੈਕਟ੍ਰੋਫਾਈਲ ਇੱਥੇ ਅਟੈਚ ਹੋ ਗਿਆ ਐਂਡ ਦੇਰ ਇਜ਼ ਪੋਜ਼ੀਟਿਵ ਚਾਰਜ ਹੇਅਰ। ਦੈਨ ਵਿਲ ਸ਼ੋ ਡਿਫਰੈਂਟ ਸਟਰਕਚਰਸ ਬਾਏ ਸ਼ਿਫਟਿੰਗ ਡਬਲ ਬੌਂਡ ਹੇਅਰ ਵਿੱਚ ਇੱਥੋਂ ਇੰਟਰਪ੍ਰੇਟ ਪਹਿਲਾਂ ਹੀ ਕਰ ਸਕਦੇ ਹੁੰਦੇ ਆ ਕਿ ਜੇ ਪੋਜ਼ੀਟਿਵ ਚਾਰਜ ਇੱਥੇ ਹੈ ਅਗਲੀ ਵਾਰੀ ਇੱਕ ਛੱਡ ਕੇ ਇੱਥੇ ਆਊਗਾ ਫਿਰ ਉਸ ਤੋਂ ਬਾਅਦ ਇੱਥੇ ਆਊਗਾ ਹੈ ਨਾ। ਸੋ ਬਾਈ ਸ਼ਿਫਟ ਆਫ ਡਬਲ ਬੌਂਡ ਸਭ ਤੋਂ ਵੱਡੀ ਗੱਲ ਤਾਂ ਬੇਟਾ ਰੈਜ਼ੋਨੇਟਿੰਗ ਸਟਰਕਚਰਸ ਬਣਾਉਣ ਦੀ ਹੈ ਇਹਦੇ ਵਿੱਚ ਹੈ ਨਾ। ਸੋ ਜਦੋਂ ਇੱਥੇ ਬਣਾਵਾਂਗੇ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਨਵੀਂ ਪੋਜੀਸ਼ਨ ਬੌਂਡ ਦੀ ਆ ਹੋ ਜੂਗੀ। ਹੁਣ ਇਸ ਕਾਰਬਨ ਨੂੰ ਤਾਂ ਕੋਈ ਫਰਕ ਨਹੀਂ ਨਾ ਪਿਆ, ਪਹਿਲਾਂ ਵੀ ਇਸ ਸਿਰੇ 'ਤੇ ਡਬਲ ਬੌਂਡ ਆ ਰਿਹਾ ਸੀ ਹੁਣ ਵੀ ਆ ਰਿਹਾ, ਸਿਰਫ ਫਰਕ ਪੈਂਦਾ ਇਹਨੂੰ ਇਹਦਾ ਇੱਥੇ ਪੋਜ਼ੀਟਿਵ ਚਾਰਜ ਤਾਂ ਆਉਣਾ। ਅਤੇ ਅਗਲੀ ਵਾਰੀ ਜਦੋਂ ਆਪਾਂ ਦਿਖਾਵਾਂਗੇ ਇਨ ਦਾ ਵੀ ਗੈਟ ਦਿਸ ਸਟਰਕਚਰ ਇਨ ਦਾ ਨੈਕਸਟ ਸਟਰਕਚਰ we will shift next double bond to this। ਤਾਂ ਹੁਣ ਇੱਥੇ ਆਲਰੇਡੀ ਹੈਗਾ ਹੀ ਇਹ ਹਿੱਸਾ ਇਹਦਾ ਹੈ ਨਾ, ਦੂਜਾ ਇੱਥੇ ਆ ਜੂ, ਇੱਥੇ ਡਬਲ ਬੌਂਡ ਬਣ ਗਿਆ ਤਾਂ ਫਿਰ ਇੱਥੇ ਪੋਜ਼ੀਟਿਵ ਚਾਰਜ ਆ ਜਾਣਾ ਕਿਉਂਕਿ ਇਹਦਾ ਸ਼ੇਅਰ ਚਲਾ ਗਿਆ ਕਾਰਬਨ ਦਾ ਇਸ ਤਰ੍ਹਾਂ ਕਰਕੇ। ਸੋ ਦ ਥਰਡ ਸਟਰਕਚਰ ਇਜ਼ ਦਿਸ। ਸੋ 3 ਸਟਰਕਚਰਸ ਹੈਵ ਬੀਨ ਸ਼ੋਨ ਫॉर ਔਰਥੋ ਅਟੈਕ। ਅਤੇ ਜੇ ਅਸੀਂ ਇਹਨਾਂ ਤਿੰਨਾਂ ਨੂੰ ਦੇਖੀਏ ਤਾਂ ਪੋਜ਼ੀਟਿਵ ਚਾਰਜ ਇਜ਼ ਔਨ ਦ ਕਾਰਬਨ ਡਾਇਰੈਕਟਲੀ ਅਟੈਚ ਟੂ ਦ CH3 ਗਰੁੱਪ ਆਹ ਵਾਲੀ। ਸੋ ਆਹ ਸਭ ਤੋਂ ਸਟੇਬਲ ਸਟਰਕਚਰ ਹੈ ਕਿਉਂਕਿ ਨੇੜੇ ਇਫੈਕਟ ਇੰਡਕਟਿਵ ਇਫੈਕਟ ਦਾ ਜ਼ਿਆਦਾ ਹੁੰਦਾ ਨਾ ਨੇੜੇ ਵਾਲੀ ਕਾਰਬਨ 'ਤੇ। ਇਹ ਤਾਂ ਦਿਸ ਦਾ ਫਸਟ ਕਾਰਬਨ ਕਿ ਜੇ ਇੱਥੇ ਸ਼ਾਰਟੇਜ ਹੈ ਤਾਂ ਇਲੈਕਟ੍ਰੋਨ ਇਹਨੇ ਫਟਾਫਟ ਡਿਲੀਵਰ ਕਰ ਦੇਣੇ ਨੇ। ਇੰਸਟੈਡ ਲੈਂਥਨਿੰਗ ਆਫ ਚੇਨ ਨਾਲ ਥੋੜ੍ਹਾ ਥੋੜ੍ਹਾ ਫਰਕ ਪੈ ਜਾਂਦਾ ਨਾ, ਉਸ ਤੋਂ ਅਗਲੀ 'ਤੇ ਥੋੜ੍ਹਾ ਜਿਹਾ ਘੱਟ ਜੂ, ਉਸ ਤੋਂ ਅਗਲੀ 'ਤੇ ਹੋਰ ਘੱਟ ਜੂਗਾ। ਸੋ ਫਸਟ ਸਟਰਕਚਰ ਇਜ਼ ਦ ਮੋਸਟ ਸਟੇਬਲ ਸਟਰਕਚਰ ਐਂਡ ਦੇਰ ਆਰ 3 ਸਟਰਕਚਰਸ। ਫਿਰ ਪੈਰਾ ਅਟੈਕ ਜੇ ਕਰਨਾ ਹੋਵੇ ਪੈਰਾ ਅਟੈਕ ਲਈ ਕੀ ਕਰਾਂਗੇ ਵੀ ਵਿਲ ਸ਼ੋ ਦੈਟ ਇਲੈਕਟ੍ਰੋਨ ਸ਼ਿਫਟ ਹੇਅਰ ਇੱਥੇ ਆ ਗਏ ਅਤੇ ਇਲੈਕਟ੍ਰੋਫਾਈਲ ਵੀ ਇੱਥੇ ਆਊਗਾ ਹੈ ਨਾ, ਜਾਂ ਅਦਰ ਵੇ ਰਾਊਂਡ ਦਿਖਾਉਂਦੇ ਹੁੰਦੇ ਆ ਕਿ ਇਲੈਕਟ੍ਰੋਨਸ ਅਟੈਕ ਦਿਸ ਇਲੈਕਟ੍ਰੋਫਾਈਲ ਸੈਕਿੰਡ 'ਤੇ ਲੱਗ ਗਿਆ ਅਤੇ ਇੱਥੇ ਸ਼ਾਰਟੇਜ ਆ ਗਈ ਨਾਲ ਵਾਲੀ ਕਾਰਬਨ 'ਤੇ। ਆ ਬਣ ਗਿਆ ਹੋਇਆ ਡਬਲ ਬੌਂਡ ਟੁੱਟ ਕੇ HE ਇੱਥੇ ਲੱਗ ਗਿਆ, H ਆਲਰੇਡੀ ਸੀ, E ਇੱਥੇ ਲੱਗ ਗਿਆ ਐਂਡ ਦੇਰ ਇਜ਼ ਪੋਜ਼ੀਟਿਵ ਚਾਰਜ। ਫਿਰ ਅਗਲਾ ਕੰਮ ਫਿਰ ਪੋਜ਼ੀਟਿਵ ਚਾਰਜ ਨੂੰ ਅੱਗੇ ਦੀ ਅੱਗੇ ਡਬਲ ਬੌਂਡਸ ਨੂੰ ਸ਼ਿਫਟ ਕਰਕੇ ਉਹਨੂੰ ਰੋਟੇਟ ਕਰਨਾ। ਸੋ ਇੱਥੇ ਆ ਗਿਆ ਤਾਂ ਚਾਰਜ ਇੱਥੇ ਆ ਜਾਊਗਾ ਹੈ ਨਾ। ਅਗਲੀ ਵਾਰੀ ਜਦੋਂ ਅਸੀਂ ਆਹ ਡਬਲ ਬੌਂਡ ਇੱਧਰ ਸ਼ਿਫਟ ਕਰਾਂਗੇ ਅਤੇ ਜਿੱਥੋਂ ਬੌਂਡ ਗਿਆ ਹੈ ਸਿਰੇ 'ਤੇ ਚਾਰਜ ਆਉਂਦਾ ਹੁੰਦਾ। ਸੋ ਵਿਲ ਡਰੋ 3 ਸੱਚ ਸਟਰਕਚਰਸ ਫॉर ਪੈਰਾ ਅਟੈਕ। ਤਾਂ ਹੁਣ ਵੀ ਉੱਪਰ ਜਿਹੋ ਜਿਹੀ ਸਟਰਕਚਰ ਸੀਗੀ ਉਹੀ ਜਿਹੀ ਇੱਕ ਸਟਰਕਚਰ ਆ ਗਈ ਜਿਹਦੇ 'ਚ ਜਿਹੜਾ ਪੋਜ਼ੀਟਿਵ ਚਾਰਜ ਹੈ ਇਜ਼ ਪ੍ਰੈਜ਼ੈਂਟ ਔਨ ਕਾਰਬਨ ਡਾਇਰੈਕਟਲੀ ਅਟੈਚ ਟੂ CH3 ਗਰੁੱਪ। ਸੋ ਤੁਹਾਨੂੰ ਦੱਸਿਆ ਕਿ ਇੱਥੇ ਬਹੁਤ ਇਫੈਕਟਿਵ ਹੁੰਦਾ ਫਸਟ 'ਤੇ ਨਿਊਟਰਲਾਈਜ਼ ਕਰਨਾ ਪੋਜ਼ੀਟਿਵ ਚਾਰਜ ਨੂੰ ਡਿਸਪਰਸ ਕਰ ਦਿੰਦਾ CH3। ਸੋ ਦਿਸ ਇਜ਼ ਅਗੇਨ ਮੋਸਟ ਸਟੇਬਲ ਸਟਰਕਚਰ। ਸੋ ਜਿਹੜੀ ਵੱਧ ਸਟੇਬਲ ਸਟਰਕਚਰ ਹੁੰਦੀ ਉਹਦੀ ਕੰਟਰੀਬਿਊਸ਼ਨ ਵੀ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ ਕਿ ਪਹਿਲੀਆਂ 2 ਸਟਰਕਚਰਸ ਦਾ ਕਾਰਬੋਕੇਟਾਈਨ ਦਾ ਰੈਜ਼ੋਨੈਂਸ ਹਾਈਬ੍ਰਿਡ ਹੈ, ਇਟ ਇਜ਼ ਆਲਸੋ ਵੈਰੀ ਸਟੇਬਲ। ਥਰਡ 'ਚ ਦੇਖੀਏ ਇਸ ਤਰ੍ਹਾਂ ਦੀ ਸਟਰਕਚਰ ਆਉਂਦੀ ਹੈ ਕਿ ਨਹੀਂ ਆਉਂਦੀ। ਜਦੋਂ ਅਸੀਂ ਅਟੈਕ ਕਰਾਂਗੇ ਐਟ ਮੈਟਾ ਪੋਜੀਸ਼ਨ 'ਤੇ ਅਟੈਕ ਕਰਨ ਲਈ ਬੇਟਾ ਇਹਨੂੰ ਬੌਂਡ ਨੂੰ ਇੱਥੇ ਸ਼ਿਫਟ ਕਰ ਦਿਓ। ਪੈਰਾ ਲਈ ਆਪਾਂ ਥੱਲੇ ਇੱਧਰ ਕੀਤਾ ਸੀ ਨਾ,
ਇੱਥੇ ਸ਼ਿਫਟ ਕਰਤਾ ਜਿੱਥੇ ਆਪਾਂ ਇਲੈਕਟ੍ਰੋਫਾਈਲ ਤੇ ਇੱਕ ਹਾਈਡਰੋਜਨ ਆਲਰੇਡੀ ਸੀ, ਇਲੈਕਟ੍ਰੋਫਾਈਲ ਇੱਥੇ ਲਾਤਾ। ਤਾਂ ਹੁਣ ਪੋਜ਼ੀਟਿਵ ਚਾਰਜ ਜਿਹੜੀ ਪੋਜੀਸ਼ਨ ਤੋਂ ਅਵੇ ਸ਼ਿਫਟ ਕੀਤਾ ਸੀ ਇੱਥੇ ਆ ਗਿਆ। ਹੇਅਰ ਇਜ਼ ਪੋਜ਼ੀਟਿਵ ਚਾਰਜ ਕਿਉਂਕਿ ਇਲੈਕਟ੍ਰੋਨ ਦੂਜੇ ਪਾਸੇ ਨੂੰ ਗਈ ਸੀ। ਨਾਓ this positive charge will be rotated around the ring by shift of double bond। so double bond ਇੱਥੇ ਆ ਗਿਆ ਅਗਲੀ ਵਾਰੀ ਸ਼ਿਫਟ ਨਾਲ, ਤੇ ਆ ਪੋਜ਼ੀਟਿਵ ਚਾਰਜ ਆ ਗਿਆ ਕਿਉਂਕਿ ਇੱਥੋਂ ਲਾਸ ਹੋਇਆ ਨਾ ਇਸ ਕਾਰਬਨ ਦਾ। ਅਗਲੀ ਵਾਰੀ ਅਗਲੀ ਸਟਰਕਚਰ 'ਚ ਫਿਰ ਇੱਥੇ ਡਬਲ ਬੌਂਡ ਇੱਥੇ ਸ਼ਿਫਟ ਹੋ ਗਿਆ ਤੇ ਚਾਰਜ ਇੱਥੇ ਆ ਜਾਊਗਾ ਔਨ ਦਿਸ ਪੋਜੀਸ਼ਨ। ਲੈਟਸ ਸੀ ਆ ਡਰਾ ਕੀਤਾ ਹੋਇਆ ਆ ਪੋਜੀਸ਼ਨ ਆ ਗਈ। ਸੋ ਜਦੋਂ ਅਸੀਂ ਸ਼ਿਫਟ ਕਰ ਲਿਆ ਬੇਟਾ ਆਹ ਬੌਂਡ ਇਹਦੇ 'ਚ ਬਣ ਗਿਆ। ਹੁਣ ਅਗਲੀ ਵਾਰੀ ਇਹ ਉੱਥੇ ਡਰਾ ਕਰਨਾ ਜਿੱਥੇ ਸੀਗਾ, ਸੈਕਿੰਡ 'ਚ ਜਿੱਥੇ ਡਰਾ ਹੋਇਆ ਥਰਡ 'ਚ ਵੀ ਉੱਥੇ ਹੀ ਡਰਾ ਕਰਨਾ, ਰਾਈਟ। ਸੋ these are 3 structures। ਪਰ ਹੁਣ ਦੇਖੀਏ ਪੋਜ਼ੀਟਿਵ ਚਾਰਜ ਇੱਥੇ ਉਸ ਕਾਰਬਨ 'ਤੇ ਹੈ ਕਿ ਨਹੀਂ ਹੈ ਜਿਹਦੇ ਨੂੰ CH3 ਜੁੜਿਆ ਹੋਇਆ ਨਹੀਂ ਹੈ। ਸੋ ਕਿੱਥੇ ਆ ਗਿਆ, ਇੱਥੇ ਹੈ। ਇਟ ਇਜ਼ ਹੇਅਰ, ਹੇਅਰ ਐਂਡ ਹੇਅਰ। ਨੇਬਰਿੰਗ ਸਟਰਕਚਰ ਔਰਥੋ 'ਤੇ ਜਾਂ ਪੈਰਾ ਵਾਲੀ ਪੋਜੀਸ਼ਨ 'ਤੇ ਹੈ। ਸੋ ਇਹਦੇ 'ਚ ਇਹਦਾ ਮਤਲਬ ਉਨੀ ਇਫੈਕਟਿਵਲੀ ਨਹੀਂ ਡਿਸਪਰਸ ਹੋ ਸਕਿਆ ਪੋਜ਼ੀਟਿਵ ਚਾਰਜ ਕਿਉਂਕਿ ਦੂਰ ਵਾਲੀਆਂ ਕਾਰਬਨਸ ਦੀ ਇੰਡਕਟਿਵ ਇਫੈਕਟ ਹੁੰਦਾ ਹੈ, ਪਰ ਦੂਰ ਜਾਣ ਨਾਲ ਥੋੜ੍ਹਾ ਫਰਕ ਪੈ ਜਾਂਦਾ। ਫਸਟ ਕਾਰਬਨ 'ਤੇ ਹੋਵੇ ਤਾਂ ਵੱਧ ਇਫੈਕਟਿਵ ਹੁੰਦਾ। ਸੋ ਇਸ ਤਰ੍ਹਾਂ ਦੀ ਕੋਈ ਸਟਰਕਚਰ ਨਹੀਂ ਹੈ ਜਿਹੜੀ ਕਿ ਜਿਹਨੂੰ ਅਸੀਂ ਮੋਸਟ ਸਟੇਬਲ ਸਟਰਕਚਰ ਫॉर ਕਾਰਬੋਕੇਟਾਇਨ ਕਹਿੰਦੇ ਹਾਂ। ਸੋ ਇਸ ਲਈ ਜਿਵੇਂ ਸਟਰਕਚਰ ਇਹਦੇ 'ਚ ਸੀ ਨਾ 1A ਐਂਡ 2B। ਸੋ ਇਟ ਇਜ਼ ਸੈਡ that structure 1A and 2B hybrid carbocation formed during the attack at ortho positions are more stable than hybrid, है ना। ये रीज़न देंगे। सो ਜਿਹਦੇ 'ਚ ਹਾਈਬ੍ਰਿਡ ਕਾਰਬੋਕੇਟਾਇਨ ਦੀ ਰੈਜ਼ੋਨੈਂਸ ਹਾਈਬ੍ਰਿਡ ਸਟਰਕਚਰ ਜ਼ਿਆਦਾ ਸਟੇਬਲ ਹੈ ਉਹ ਵੱਧ ਬਣੂਗਾ। ਸੋ ਔਰਥੋ ਪੈਰਾ ਜਿਹੜੀਆਂ ਉਹਦੇ 'ਚ ਵੱਧ ਸਟੇਬਲ ਹੈ, ਇਸ ਲਈ ਜਿਹੜਾ ਮੇਨ ਪ੍ਰੋਡਕਟ ਫਾਰਮਡ ਹੈ ਉਹ ਹੋਊਗੀ ਔਰਥੋ ਤੇ ਪੈਰਾ ਦੀ। ਇਟ ਵਿਲ ਬੀ in less amount, very less amount। ਤਾਂ ਆਪਾਂ 5% ਉਹਦੇ 'ਚ ਦੇਖਿਆ ਸੀ, 4%। ਓਕੇ, then the situation is practically the same in case of other alkyl groups। ਜੇ ਇਥਾਈਲ ਜਾਂ ਕੋਈ ਪ੍ਰੋਪਾਈਲ ਜਾਂ ਕੋਈ ਹੋਰ ਗਰੁੱਪ ਦਿੱਤਾ ਹੋਇਆ, this is situation is same for all alkyl groups। then comes ortho para directing groups having -I and +M effect। -I करके तो इलैक्ट्रॉन विदड्रॉइंग हो गया ग्रुप, +M ਜਾਂ +R इफेक्ट करके इलैक्ट्रॉन रिलीजिंग हो गया, है ना। पर ਇਹਦੇ 'ਚ ਜਦੋਂ ਇਲੈਕਟ੍ਰੋਨ ਰਿਲੀजिंग ਵਾਲੇ ਦਾ ਇੰਪੈਕਟ ਜ਼ਿਆਦਾ ਹੋਊਗਾ ਤਾਂ ਹੀ ਉਹਨੂੰ ਕਹੀਏ ਕਿ ਇਹਦੇ ਕਰਕੇ ਡੀਸਟੇਬਲਾਈਜ਼ ਹੋਊਗਾ, ਇੰਡਕਟਿਵ ਇਫੈਕਟ ਕਰਕੇ ਡੀਸਟੇਬਲਾਈਜ਼ ਹੋਊਗਾ, ਰੈਜ਼ੋਨੈਂਸ ਕਰਕੇ ਸਟੇਬਲਾਈਜ਼ ਹੋਊਗਾ, ਠੀਕ ਹੈ। ਕਿਉਂਕਿ ਇਲੈਕਟ੍ਰੋਨ ਗਿਵਿੰਗ ਗਰੁੱਪ ਹੈ ਜਿਹੜਾ -I ਨਾਲ ਤਾਂ ਦੇ ਨਹੀਂ ਸਕਦਾ ਇਲੈਕਟ੍ਰੋਨਸ। ਸੋ ਆਹ ਜ਼ਿਆਦਾ ਸਟਰੋਂਗ ਚਾਹੀਦਾ ਹੈ ਰੈਜ਼ੋਨੈਂਸ ਇਫੈਕਟ। ਸੋ ਕਿਹੜੇ ਗਰੁੱਪਸ ਦੇ ਵਿੱਚ ਜ਼ਿਆਦਾ ਇਹ NH2OH NHR NR2OR। ਸੋ ਆਹ ਗਰੁੱਪਸ ਨੇ ਜਿਹੜੇ ਦਿੱਤੇ ਹੋਏ ਇਹਨਾਂ 'ਚ ਰੈਜ਼ੋਨੈਂਸ ਇਫੈਕਟ ਜ਼ਿਆਦਾ ਹੈ। ਇਹਦੇ 'ਚ ਕਿਉਂ ਜ਼ਿਆਦਾ ਹੈ ਰੈਜ਼ੋਨੈਂਸ ਇਫੈਕਟ, ਕਿਉਂ ਹੈ ਮਤਲਬ ਰੈਜ਼ੋਨੈਂਸ ਇਫੈਕਟ ਹੈ ਹੀ ਕਿਉਂ ਹੈ, ਕਿਉਂਕਿ ਜਿਹੜਾ ਕਾਰਬਨ ਦੇ ਨਾਲ ਇਸ ਕਾਰਬਨ ਦੇ ਨਾਲ ਪਹਿਲਾ ਅਟੈਚਡ ਹੈ ਨਾਈਟ੍ਰੋਜਨ ਜਾਂ ਜਿਹੜਾ ਵੀ O ਹੋਵੇ, ਇਹਦੇ ਕੋਲ ਲੋਨ ਪੇਅਰ ਆਫ ਇਲੈਕਟ੍ਰੋਨਸ ਨੇ ਜਿਹੜੇ ਇੱਥੇ ਭੇਜ ਸਕਦਾ। ਸੋ ਇਸ ਕਰਕੇ ਰੈਜ਼ੋਨੈਂਸ ਸਟਰਕਚਰਸ ਅੱਗੇ ਪੋਸੀਬਲ ਨੇ ਅਤੇ ਇਹਨੂੰ ਅਸੀਂ +R ਇਫੈਕਟ ਕਹਾਂਗੇ ਜਾਂ +M ਇਫੈਕਟ ਕਹਾਂਗੇ। ਸੋ ਇਹਦੇ ਕਰਕੇ ਸਟੇਬਿਲਿਟੀ ਹੁੰਦੀ ਹੈ ਕਾਰਬੋਕੇਟਾਇਨਸ ਦੀ। ਨਾਓ ਲੈਟਸ ਸੀ ਫॉर ਐਨੀਲੀਨ ਜਿਹਦੇ 'ਚ NH2 ਗਰੁੱਪ ਪ੍ਰੈਜ਼ੈਂਟ ਹੈ ਔਨ ਦਾ ਬੈਂਜ਼ੀਨ ਰਿੰਗ। ਇਹਦੀ ਦੇਖੀਏ ਓਰੀਐਂਟੇਸ਼ਨ ਕਿਸ ਤਰ੍ਹਾਂ ਹੋਏਗੀ। ਵੈਨ ਇਲੈਕਟ੍ਰੋਫਾਈਲ ਅਟੈਕਸ ਇਸ ਤਰ੍ਹਾਂ ਕਰਕੇ ਔਰਥੋ ਪੋਜੀਸ਼ਨ 'ਤੇ ਗਿਆ ਅਤੇ ਆ ਇੱਥੇ ਅਸੀਂ ਇਲੈਕਟ੍ਰੋਫਾਈਲ ਔਰਥੋ 'ਤੇ ਲਗਾਤਾ ਇਹਦੇ ਕਰਕੇ, ਹੈ ਨਾ। ਇਲੈਕਟ੍ਰੋਫਾਈਲ ਨੂੰ ਜਾਂ ਤਾਂ ਸਿੱਧਾ ਹੀ ਦਿਖਾ ਦਿੰਦੇ ਹੁੰਦੇ ਇਸ ਤਰ੍ਹਾਂ ਅਟੈਕ ਕਰਦੇ, ਜਾਂ ਇਲੈਕਟ੍ਰੋਨਸ ਇੱਥੇ ਆਏ ਦੈਨ ਇਲੈਕਟ੍ਰੋਨ ਪੇਅਰ ਨੇ ਜਾਂ ਇੱਥੇ ਜਾ ਕੇ ਅਟੈਕ ਕਰਤਾ ਇਲੈਕਟ੍ਰੋਫਾਈਲ ਨੇ ਐਂਡ ਪੋਜ਼ੀਟਿਵ ਚਾਰਜਿਸ ਔਨ ਦਿਸ ਪੋਜੀਸ਼ਨ ਅੱਛਾ, ਹੁਣ ਨੈਕਸਟ ਇੱਕ ਵਾਰੀ ਤਾਂ ਅਸੀਂ ਇਹਨੂੰ ਰੋਟੇਟ ਕਰਕੇ ਬੌਂਡਸ ਨੂੰ ਹੀ ਕਰਨੀ ਹੈ। ਇਹ ਇੱਥੇ ਆ ਗਿਆ ਤਾਂ ਪੋਜ਼ੀਟਿਵ ਚਾਰਜ ਇੱਥੇ ਆਊਗਾ, ਹੈ ਨਾ। ਇੱਥੇ ਆ ਗਏ ਪੋਜ਼ੀਟਿਵ ਚਾਰਜ, ਆਹ 2 ਬੌਂਡਸ ਆ ਗਏ, ਆਹ ਆਲਰੇਡੀ ਪ੍ਰੈਜ਼ੈਂਸ ਹੈ, ਨਵਾਂ ਫਾਰਮਡ ਹੈ। ਫਿਰ ਅਗਲੀ ਵਾਰੀ ਅਸੀਂ ਜਿਹੜਾ ਨਵਾਂ ਫਾਰਮਡ ਆ ਉਹਨੂੰ ਨਹੀਂ ਛੇੜਨਾ, ਇਹਨੂੰ ਇੱਧਰ ਸ਼ਿਫਟ ਕਰਨਾ। ਇੱਥੇ ਸ਼ਿਫਟ ਕੀਤਾ ਆਹ ਕਾਰਬਨ ਨੂੰ ਫਰਕ ਨਹੀਂ ਪਊਗਾ, ਇੱਥੇ ਪੋਜ਼ੀਟਿਵ ਚਾਰਜ ਆਊਗਾ। ਆਹ ਦਿਖਾਤਾ ਇੱਥੇ ਪੋਜ਼ੀਟਿਵ ਚਾਰਜ, ਹੈ ਨਾ। ਸੋ ਆਹ 2 ਡਬਲ ਬੌਂਡਸ ਦਿਖਾਤੇ, ਇੱਥੇ ਪੋਜ਼ੀਟਿਵ ਚਾਰਜ ਦਿਖਾ। ਸੋ ਦੀਜ਼ ਆਰ 3 ਸਟਰਕਚਰਸ। 4th ਕਿਵੇਂ ਪੋਸੀਬਲ ਹੈ,
क्योंकि देयर इज़ लोन पेयर ऑफ इलैक्ट्रॉन्स। जे इहनूं असीं ऐ शिफ्ट कर दईए इत्थे तो चार्ज है जिहड़ा आधा न्यूट्रलाइज हो जाऊगा, तो इत्थे नवां चार्ज आ जाऊगा, जिहड़ी कि लास्ट स्ट्रक्चर इस तरह बनाई हुई है। सो दिस इज़ मोस्ट स्टेबल स्ट्रक्चर। इट इज़ सैड दिस इज़ मोस्ट स्टेबल स्ट्रक्चर। क्यों? क्योंकि ये हाइड्रोजनस नूं छड्ड के जिहड़े भी एटम्स आउंदे आ उन्हां दा ऑक्टेट कंप्लीट है। जिवें नाइट्रोजन 2 हाइड्रोजन ना 2 इधर बॉन्ड बने, 4 बॉन्ड बने हुए हैं, 8 इलैक्ट्रॉन्स ने। ਇਹਦੇ ਅਰਾਊਂਡ ਵੀ 4 ਬੌਂਡਸ ਨੇ, 8 ਇਲੈਕਟ੍ਰੋਨਸ ਨੇ ਕਾਰਬਨ ਦੇ। ਇਹਦੇ ਵੀ ਇੱਕ ਹਾਈਡਰੋਜਨ ਕਿਉਂਕਿ ਲੱਗੀ ਹੋਈ ਹੈ, ਸੋ 4 ਬੌਂਡ ਬਣ ਰਹੇ ਆ। ਇੱਥੇ ਵੀ ਹਾਈਡਰੋਜਨ ਲੱਗੀ ਹੈ, 4 ਬੌਂਡ ਬਣ ਰਹੇ ਹੈ। ਸੋ ਸਾਰੀਆਂ ਹਾਈਡਰੋਜਨਸ ਇਨਕਲੂਡ ਕਰਕੇ ਸਾਰਿਆਂ ਦੇ ਆਕਟੇਟ ਕੰਪਲੀਟ ਹੈ। ਸਿਰਫ ਹਾਈਡਰੋਜਨ ਦੇ ਵਿੱਚ 2 ਹੀ ਹੁੰਦੇ ਹੈ, ਉਹਦਾ ਆਕਟੇਟ ਨਹੀਂ ਹੁੰਦਾ, ਸਿਰਫ 2 ਇਲੈਕਟ੍ਰੋਨਸ ਹੁੰਦੇ ਆ। ਸੋ ਦੈਟ ਇਜ਼ ਵਾਈ ਦਿਸ ਇਜ਼ ਦ ਮੋਸਟ ਸਟੇਬਲ ਸਟਰਕਚਰ, ਰਾਈਟ। ਦੈਨ ਫॉर ਪੈਰਾ ਅਟੈਕ ਲਈ ਇਹਦੇ ਲਈ ਅਸੀਂ ਇਲੈਕਟ੍ਰੋਨਸ ਇੱਥੇ ਜਾਂਦੇ ਦਿਖਾਉਣੇ ਆ, ਹੈ ਨਾ। ਜਿੱਥੇ ਇਲੈਕਟ੍ਰੋਨਸ ਗਏ ਉੱਥੇ ਫਿਰ ਇਲੈਕਟ੍ਰੋਫਾਈਲ ਅਟੈਚ ਹੋ ਗਿਆ। ਸੋ ਇਲੈਕਟ੍ਰੋਫਾਈਲ ਇੱਥੇ ਅਟੈਚ ਹੋ ਗਿਆ ਅਤੇ ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਹੇਅਰ ਇਜ਼ ਪੋਜ਼ੀਟਿਵ ਚਾਰਜ। ਸੋ ਅਗਲੀ ਵਾਰੀ ਆ ਬੌਂਡ ਸ਼ਿਫਟ ਕਰਤਾ ਇੱਥੇ ਅਤੇ ਪੋਜ਼ੀਟਿਵ ਚਾਰਜ ਇੱਥੇ ਆ ਜਾਊਗਾ। ਸੋ ਇਸ ਤਰ੍ਹਾਂ ਕਰਕੇ ਇਹ ਪੋਜ਼ੀਟਿਵ ਚਾਰਜ ਇੱਥੇ ਆ ਗਿਆ। ਫਿਰ ਅਗਲਾ ਇਲੈਕਟ੍ਰੋਨ ਤੁਸੀਂ ਡਬਲ ਬੌਂਡ ਸ਼ਿਫਟ ਕਰਤਾ ਅਤੇ ਪੋਜ਼ੀਟਿਵ ਚਾਰਜ ਇੱਥੇ ਆ ਜਾਊਗਾ, ਹੈ ਨਾ। ਸੋ ਅਗਲੀ ਸਟਰਕਚਰ 'ਚ ਇੱਥੇ ਆ ਗਿਆ ਹੋਇਆ। ਤਾਂ ਇੱਕ ਹੋਰ ਸਟਰਕਚਰ ਬਣ ਸਕਦੀ ਹੈ ਜਿਹਦੇ ਨਾਲ ਪੋਜ਼ੀਟਿਵ ਚਾਰਜ, ਜਿਵੇਂ ਇਹਨੇ ਤਾਂ ਆ ਥਰਡ ਤੋਂ ਦਿਖਾਤੀ ਨਾ, ਤਾਂ ਆਪਾਂ ਇਹਦੇ ਤੋਂ ਦਿਖਾਉਣੀ ਸੌਖੀ ਹੈ। ਜਿਵੇਂ ਆ ਸੈਕਿੰਡ ਵਾਲਾ, ਜਦੋਂ ਇੱਥੇ ਪੋਜ਼ੀਟਿਵ ਚਾਰਜ ਆਇਆ ਹੋਇਆ ਤਾਂ ਆਪਾਂ ਇਹਨੂੰ ਕਰਤਾ ਤਾਂ ਸਿੱਧਾ ਹੀ ਹੋ ਗਿਆ। ਜੇ ਤੁਹਾਨੂੰ ਆਹ ਦਿਖਾਉਣਾ ਹੁੰਦਾ ਤਾਂ ਬਹੁਤ ਅੱਛੀ ਗੱਲ ਹੈ, ਵੈਲ ਐਂਡ ਗੁੱਡ। ਤਾਂ ਇਹਨੂੰ ਇੱਥੇ ਕਰਤਾ, ਇਹਨੂੰ ਇੱਥੇ ਕਰਤਾ, ਤਾਂ ਵੀ ਪੋਜ਼ੀਟਿਵ ਚਾਰਜ। ਇਸ ਤਰ੍ਹਾਂ ਕਰਕੇ 2 ਬੌਂਡ ਆ ਗਏ ਅਤੇ ਇੱਥੇ ਪੋਜ਼ੀਟਿਵ ਚਾਰਜ ਆ ਗਿਆ। ਸੋ ਬਟ ਇਹਨੂੰ ਇਹ ਸਟਰਕਚਰ ਤੋਂ ਵੀ ਬਣਾ ਸਕਦੇ ਹੋ, ਇਹ ਤੋਂ ਵੀ ਬਣਾ ਸਕਦੇ ਹੋ, ਜਿਵੇਂ ਵੀ ਤੁਹਾਨੂੰ ਠੀਕ ਲੱਗੇ। ਸੋ ਅਗੇਨ ਦ ਮੋਸਟ ਸਟੇਬਲ ਸਟਰਕਚਰ ਇਜ਼ ਫਾਊਂਡ ਇਨ ਪੈਰਾ ਅਟੈਕ। ਸੋ ਆਰਥੋ ਪੈਰਾ 'ਚ ਆਲਮੋਸਟ ਸਟੇਬਿਲਿਟੀ ਇੰਟਰਮੀਡੀਏਟਸ ਦੀ ਸੇਮ ਹੀ ਹੁੰਦੀ ਹੈ, ਕਾਰਬੋਕੇਟਾਈਨਸ ਦੀ। ਦੈਨ ਫॉर ਮੈਟਾ ਅਟੈਕ ਲਈ ਜਦੋਂ ਇੱਥੇ ਦਿਖਾਵਾਂਗੇ ਤਾਂ ਅਸੀਂ ਦਿਖਾਵਾਂਗੇ ਇਲੈਕਟ੍ਰੋਨ ਜਾਣਗੇ ਔਨ ਮੈਟਾ ਪੋਜੀਸ਼ਨ 'ਤੇ ਜਾ ਕੇ, ਅਤੇ ਇਲੈਕਟ੍ਰੋਫਾਈਲ ਵੀ ਇੱਥੇ ਆ ਗਿਆ, ਹੈ ਨਾ। ਇਲੈਕਟ੍ਰੋਫਾਈਲ ਇੱਥੇ ਲੱਗ ਗਿਆ, ਆ ਲੱਗਿਆ ਮੈਟਾ ਪੋਜੀਸ਼ਨ 'ਤੇ, ਨੇਬਰਿੰਗ ਪੋਜੀਸ਼ਨ 'ਤੇ ਇੱਥੇ ਪੋਜ਼ੀਟਿਵ ਚਾਰਜ ਆ ਗਿਆ, ਹੈ ਨਾ। ਸੋ ਹੇਅਰ ਇਜ਼ ਪੋਜ਼ੀਟਿਵ ਚਾਰਜ। ਅਗਲੀ ਵਾਰੀ ਸ਼ਿਫਟ ਕਰੋਗੇ ਡਬਲ ਬੌਂਡ ਤਾਂ ਚਾਰਜ ਇੱਥੇ ਆ ਜਾਊਗਾ, ਫਿਰ ਬੌਂਡ ਇੱਥੇ ਸ਼ਿਫਟ ਕਰੋਗੇ ਚਾਰਜ ਇੱਥੇ ਆ ਜਾਊਗਾ। ਸੋ ਲਾਈਕ ਦਿਸ ਯੂ ਵਿਲ ਫਾਰਮ 3 ਸੱਚ ਸਟਰਕਚਰਸ। ਪਰ ਹੁਣ ਜਿਹੜੀ ਬਹੁਤ ਸਟੇਬਲ ਸਟਰਕਚਰ ਸੀਗੀ ਡਬਲ ਬੌਂਡ N ਬਣਦਾ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਆਕਟੇਟ ਆਫ ਆਲ ਦ ਐਟਮਸ ਇਜ਼ ਕੰਪਲੀਟ, ਉਹ ਇਹਦੇ 'ਚ ਨਹੀਂ ਹੈਗੀ। ਸੋ ਨਾਓ ਬਿਕੋਜ਼ ਦ ਰੈਜ਼ੋਨੇਟਿੰਗ ਸਟਰਕਚਰਸ, ਉਹਦੇ ਲਈ ਬਾਕੀ ਲਈ 4 ਨੇ, ਇਹਦੇ ਲਈ 3 ਨੇ। ਅਤੇ ਜਦੋਂ ਪੋਜ਼ੀਟਿਵ ਚਾਰਜ ਇੱਥੇ 3 ਪੋਜੀਸ਼ਨਸ, ਤਾਂ ਬੈਨਜ਼ੀਨ ਰਿੰਗ ਵਾਲੀਆਂ ਕਾਰਬਨ 'ਤੇ ਆਉਂਦਾ, ਚੌਥਾ ਆਉਂਦਾ ਨਾਈਟ੍ਰੋਜਨ 'ਤੇ। ਇਹਦਾ ਮਤਲਬ ਪੋਜ਼ੀਟਿਵ ਚਾਰਜ ਹੈਜ਼ ਬਿਨ ਡਿਸਟਰੀਬਿਊਟਡ ਔਨ 4 ਐਟਮਸ। ਪਹਿਲੀਆਂ 2 ਸਟਰਕਚਰਸ ਦੇ ਵਿੱਚ, ਹੈ ਨਾ, 4 ਰੈਜ਼ੋਨੇਟਿੰਗ ਸਟਰਕਚਰਸ ਨੇ। ਅਤੇ ਸੈਕਿੰਡ ਵਾਲੇ 'ਚ, ਤੀਜੀ 'ਚ the positive charge is distributed on 3 atoms because there are just 3 resonating structures. So as simple as that. ਇਸ ਲਈ ਪਹਿਲੇ 3 ਲਈ, ਪਹਿਲੀਆਂ 2 ਸਟਰਕਚਰ ਦੇ ਲਈ ਆਰਥੋ ਅਤੇ ਪੈਰਾ ਅਟੈਕ ਲਈ ਰੈਜ਼ੋਨੇਟਿੰਗ ਸਟਰਕਚਰ ਜ਼ਿਆਦਾ ਸਟੇਬਲ ਹੈ। ਰੈਜ਼ੋਨੈਂਸ ਸਟੇਬਲਾਈਜ਼ਡ ਆ ਜਿਹੜਾ ਕਾਰਬੋਕੇਟਾਈਨ, ਇਟ ਇਜ਼ ਮੋਰ ਰੈਜ਼ੋਨੈਂਸ ਸਟੇਬਲਾਈਜ਼ਡ ਐਂਡ ਦੇਰ ਇਜ਼ more effective distribution of positive charge on 4 atoms, whereas in the last case there are just 3 resonating structures and there is less efficient dispersal of positive charge. So ਇਸ ਕਰਕੇ ਇਹਦੇ 'ਚ ਜਿਹੜਾ ਆਰਥੋ ਪੈਰਾ ਬਣਦੀਆਂ ਨੇ ਪ੍ਰੋਡਕਟਸ, ਦੇ ਆਰ ਮੋਰ ਪ੍ਰੋਬੇਬਲ। ਸੋ ਆਰਥੋ ਪੈਰਾ ਸਬਸਟੀਟਿਊਸ਼ਨ ਪ੍ਰੋਡਕਟਸ ਹੀ ਬਣਦੇ 80-90%, ਬਾਕੀ ਦਾ ਜਿਹੜਾ ਮੈਟਾ ਆਈਸੋਮਰ ਦੀ ਗਿਣਤੀ ਘੱਟ ਹੁੰਦੀ ਹੈ। ਸੋ ਥੀਸ ਆਰ ਮੇਨ ਪ੍ਰੋਡਕਟਸ, ਰਾਈਟ। ਸੋ ਵਿਦ ਦਿਸ ਫਸਟ ਡੂ ਅਪ ਟੂ ਦਿਸ, ਬਾਕੀ ਦਾ ਆਪਾਂ ਕੱਲ੍ਹ ਕਰਾਂਗੇ।